ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਚੋਣਾਂ ਹੋ ਗਈਆਂ 20 ਫਰਵਰੀ ਨੂੰ ਤੇ ਨਤੀਜਾ ਆਉਣਾ ਹੈ 10 ਮਾਰਚ ਨੂੰ। ਸਿਆਸੀ ਮਾਹਿਰ ਲੱਗੇ ਹੋਏ ਨੇ, ਦਿਮਾਗ ਲੜਾ ਰਹੇ ਨੇ ਕਿ ਵੇਖੋ ਕੀ ਨਤੀਜਾ ਆਉਂਦਾ ਹੈ। ਪਰ ਚੋਣਾਂ ਦੇ ਵਿੱਚ 3 ਫੈਕਟਰਸ ਸਾਹਮਣੇ ਆਏ। ਪਹਿਲਾ ਫੈਕਟਰ ਇਹ ਕਿ ਕੋਈ ਵੀ ਅਜਿਹਾ ਚਿਹਰਾ ਸਾਹਮਣੇ ਨਹੀਂ ਆਇਆ ਜਿਹੜਾ ਵੋਟਾਂ ਖਿੱਚ ਕੇ ਆਪਣੇ ਵੱਲ ਲਿਆ ਸਕੇ ਕਿਸੇ ਵੀ ਪਾਰਟੀ ਵੱਲੋਂ। ਦੂਜਾ ਫੈਕਟਰ ਇਹ ਸਾਹਮਣੇ ਆਇਆ ਕਿ ਲੋਕਾਂ ਨੇ ਸਿਆਸੀ ਆਗੂਆਂ ਨੂੰ ਕਿਹਾ ਕਿ ਜਿਹੜੇ ਤੁਸੀਂ ਇਹ ਐਲਾਨ ਕਰਦੇ ਪਏ ਹੋ, ਸਾਨੂੰ ਤੁਸੀਂ ਰਾਹਤ ਦਿੰਦੇ ਪਏ ਹੋ, ਸਾਨੂੰ ਸਕੀਮਾਂ ਸੁਣਾਉਂਦੇ ਪਏ ਹੋ, ਆਪਣਾ ਸਮਾਨ ਆਪਣੇ ਕੋਲ ਰੱਖੋ, ਅਸੀਂ ਵੇਖਣੀ ਹੈ ਕਾਰਗੁਜ਼ਾਰੀ, ਅਸੀਂ ਵੇਖਣਾ ਕਿਰਦਾਰ। ਤੇ ਤੀਜਾ ਫੈਕਟਰ ਇਹ ਸਾਹਮਣੇ ਆਇਆ ਕਿ ਪੋਲੀਟੀਸ਼ੀਅਨਸ ਪਬਲਿਕ ਦਾ ਭਰੋਸਾ ਨਹੀਂ ਜਿੱਤ ਸਕੇ, ਕਿਉਂਕਿ ਕਿਸੇ ਵੀ ਸਿਆਸੀ ਪਾਰਟੀ ਦੇ ਉੱਤੇ, ਕਿਸੇ ਵੀ ਸਿਆਸੀ ਆਗੂ ਦੇ ਉੱਤੇ ਪਬਲਿਕ ਨੂੰ ਭਰੋਸਾ ਨਹੀਂ। ਰਿਵਾਇਤੀ ਸਾਰੀ ਜੁਗਲਬੰਦੀ ਤੋਂ ਅਲੱਗ ਹੋ ਕੇ ਇੱਕ ਨਵਾਂ ਸਿਸਟਮ ਚਾਹੁੰਦੀ ਆ, ਇੱਕ ਬਦਲਾਅ ਚਾਹੁੰਦੀ ਆ ਪੰਜਾਬ ਦੀ ਜਨਤਾ। ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆ ਪੰਜਾਬ ਚਰਚਾ ਦੇ ਵਿੱਚ। ਮੈਂ ਸੰਜੀਵ ਯਸ਼ ਖੰਨਾ ਲੈ ਕੇ ਹਾਜ਼ਰ ਪੰਜਾਬ ਚਰਚਾ। ਸਾਡੇ ਨਾਲ ਮੌਜੂਦ ਨੇ ਸੀਨੀਅਰ ਜਰਨਲਿਸਟ ਸ਼੍ਰੀ ਗੁਰਮੀਤ ਪਲਾਹੀ ਜੀ। ਸਰ, ਸਵਾਗਤ ਕਰਦੇ ਆ ਪੰਜਾਬ ਚਰਚਾ ਦੇ ਵਿੱਚ। ਬਹੁਤ ਮਿਹਰਬਾਨੀ ਸੰਜੀਵ ਜੀ। ਫਰੀडम ਹਾਊਸ ਇੱਕ ਅੰਤਰਰਾਸ਼ਟਰੀ ਸੰਸਥਾ ਹੈ ਜਿਹਨੇ ਇੰਟਰਨੈਸ਼ਨਲ ਲੈਵਲ ਤੇ ਸਨ 2021 ਦੇ ਵਿੱਚ ਇੱਕ ਰਿਪੋਰਟ ਦਿੱਤੀ ਪਲਾਹੀ ਸਾਹਿਬ ਕਿ ਭਾਰਤ ਵਿੱਚ ਲੋਕਤੰਤਰ ਖਤਰੇ ਵਿੱਚ ਜਾਪਦਾ, ਕਿਉਂਕਿ ਜਿਸ ਤਰ੍ਹਾਂ ਦਾ ਸਾਰਾ ਵਤੀਰਾ ਪੰਜਾਬ ਦੀ ਸਿਆਸਤ ਦੇ ਵਿੱਚ ਅਸੀਂ ਵੇਖਦੇ ਹਾਂ, ਭਾਰਤ ਦੀ ਸਿਆਸਤ ਦੇ ਵਿੱਚ ਅਸੀਂ ਵੇਖਦੇ ਹਾਂ, ਲੋਕਤੰਤਰ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ ਨੇ। ਤੇ ਭਵਿੱਖ ਕੀ ਹੋਣਾ ਹੈ ਲੋਕਤੰਤਰ ਦਾ? ਤੁਹਾਡੇ ਵਿਚਾਰ ਕੀ ਬਣਦੇ ਨੇ? ਸੰਜੀਵ ਜੀ, ਬੜੀ ਅੱਛੀਆਂ ਗੱਲਾਂ ਜਿਹੜੀਆਂ ਤੁਸੀਂ ਅੱਜ ਕਰਨ ਜਾ ਰਹੇ ਹੋ ਵੀ ਭਾਰਤ ਦੇ ਵਿੱਚ, ਭਾਰਤੀ ਗਣਤੰਤਰ ਦੇ ਵਿੱਚ ਲੋਕਤੰਤਰ ਦਾ ਕੀ ਹਾਲ ਹੈ। ਤੋ ਜਿਹੜੀ ਰਿਪੋਰਟ ਦਾ ਇਹ ਬਾਰੇ ਤੁਸੀਂ ਗੱਲ ਕੀਤੀ ਹੈ, ਉਹਦੇ ਵੱਲੋਂ ਤਾਂ ਸਾਫ਼ ਸੁਥਰੀ ਗੱਲ ਹੈ ਕਿ ਭਾਰਤੀ ਗਣਤੰਤਰ ਵਿਚਲਾ ਲੋਕਤੰਤਰ ਬਿਮਾਰ ਹੈ। ਉਸ ਦੀ ਬਿਮਾਰੀ ਜਿਹੜੀ ਹੈ ਉਹ ਲਾ ਇਲਾਜ ਬਿਮਾਰੀ ਹੈ। ਕੁਝ ਇੱਕ ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਲੋਕਤੰਤਰ ਦੇ ਵਿੱਚ ਸ਼ਾਮਲ ਹੋ ਗਈਆਂ ਨੇ ਜਿਨ੍ਹਾਂ ਨੂੰ ਕੈਂਸਰ ਵਾਂਗਰ, ਜਿਵੇਂ ਕਹਿੰਦੇ ਨੇ, ਇਲਾਜ ਨਹੀਂ ਹੁੰਦਾ। ਬਹੁਤੀਆਂ ਹਾਲਤਾਂ ਦੇ ਵਿੱਚ ਉਸੇ ਢੰਗ ਦੀ ਗੱਲ ਜਿਹੜੀ ਹੈ ਉਹ ਭਾਰਤੀ ਲੋਕਤੰਤਰ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ। ਪਹਿਲੀ ਗੱਲ ਤਾਂ ਆਪਾਂ ਇਹ ਗਿਣ ਲਈਏ ਵੀ ਜੇ ਮੰਨ ਲਓ ਫਗਵਾੜਾ ਇੱਕ ਕੌਂਸਟੀਚੁਐਂਸੀ ਹੈ, ਇੱਕ ਹਲਕਾ ਹੈ, ਇਸ ਹਲਕੇ ਦੇ ਵਿੱਚ 100 ਵੋਟਰ ਨੇ, ਉਹਨਾਂ ਵਿੱਚੋਂ 60 ਵੋਟਰ ਜਿਹੜੇ ਨੇ ਉਹ ਵੋਟਾਂ ਦੇ ਵਿੱਚ ਸ਼ਾਮਲ ਹੁੰਦੇ ਨੇ, ਭਾਵ ਪਾਰਟੀਆਂ ਨੂੰ ਵੋਟਾਂ ਪਾਉਂਦੇ ਨੇ। 5 ਉਮੀਦਵਾਰ ਨੇ, ਉਹਨਾਂ 5 ਦੇ ਵਿੱਚੋਂ ਤੁਸੀਂ ਸਮਝੋ ਵੀ ਹਰੇਕ ਵਿਅਕਤੀ ਨੂੰ ਕਿਸੇ ਨੂੰ 11%, ਕਿਸੇ ਨੂੰ 12%, ਕਿਸੇ ਨੂੰ 13%, ਕਿਸੇ ਨੂੰ 10% ਵੋਟਾਂ ਪੈਂਦੀਆਂ ਨੇ। ਤੇ ਜਿਹਦੀਆਂ ਵੋਟਾਂ ਜ਼ਿਆਦਾ ਹੋਣਗੀਆਂ, ਭਾਵ ਮੰਨ ਲਓ ਇਹਨਾਂ ਸਾਰਿਆਂ ਦੇ ਵਿੱਚ 13% ਵੋਟਾਂ ਹੋਣਗੀਆਂ, ਉਹ ਵਿਅਕਤੀ ਜਿਹੜਾ ਹੈ, ਉਹ ਉਮੀਦਵਾਰ ਜਿਹੜਾ ਹੈ, ਜੇਤੂ ਕਰਾਰ ਦੇ ਦਿੱਤਾ ਜਾਏਗਾ। ਭਾਵ 100 ਵੋਟਰਾਂ ਦੇ ਵਿੱਚੋਂ 40 ਤਾਂ ਪਹਿਲਾਂ ਉੜ ਗਏ ਤੇ ਬਾਕੀ 60 ਦੇ ਵਿੱਚੋਂ 13 ਜਿਹੜੇ ਨੇ, 13 ਉਹਨਾਂ ਲੋਕਾਂ ਦੀ ਨੁਮਾਇੰਦਗੀ ਜਿਹੜੀ ਹੈ ਉਹ ਕਰੇਗਾ। ਭਾਵੇਂ ਕਿ ਕਿਹਾ ਇਹ ਜਾਂਦਾ ਵੀ ਜਿਸ ਵੇਲੇ MLA ਬਣ ਜਾਂਦਾ ਉਹ ਪੂਰੇ ਹਲਕੇ ਦੀ ਨੁਮਾਇੰਦਗੀ ਕਰਦਾ, ਪਰ ਅਸਲ ਮਾਇਨਿਆਂ ਦੇ ਵਿੱਚ ਇੰਜ ਨਹੀਂ ਹੁੰਦਾ। ਭਾਵ ਇਹ ਹੈ ਕਿ ਲੋਕਤੰਤਰ ਦੇ ਵਿੱਚ ਵੋਟ ਪ੍ਰਣਾਲੀ ਦੀ ਗੱਲ, ਜਿਹੜੀ ਭਾਰਤੀ ਲੋਕਤੰਤਰ ਦੇ ਵੋਟ ਪ੍ਰਣਾਲੀ ਦੀ ਜਿਹੜੀ ਗੱਲ ਕੀਤੀ ਗਈ ਹੈ, ਉਹ ਬਹੁਤ ਸਾਰੇ ਸਵਾਲ ਖੜੇ ਕਰਦੀ ਹੈ ਕਿ ਅਸਲ ਨੁਮਾਇੰਦਗੀ ਕਰਨ ਵਾਲੇ ਜਿਹੜੇ ਲੋਕ ਨੇ ਇਹ ਕਿਹਨਾਂ ਲੋਕਾਂ ਦੀ ਔਰ ਕਿੰਨੇ % ਲੋਕਾਂ ਦੀ ਨੁਮਾਇੰਦਗੀ ਕਰਦੇ ਨੇ। ਦੂਜੀ ਗੱਲ ਇਹ ਹੈ ਵੀ ਜਿਸ ਢੰਗ ਦੇ ਨਾਲ ਇਹਨਾਂ ਚੋਣਾਂ ਦੇ ਵਿੱਚ ਧਨ ਦੀ ਵਰਤੋਂ ਹੁੰਦੀ ਹੈ, ਸ਼ਕਤੀ ਦੀ ਵਰਤੋਂ ਹੁੰਦੀ ਹੈ, ਔਰ ਜਿਸ ਢੰਗ ਦੇ ਨਾਲ ਲੋਕਾਂ ਨੂੰ ਪਰਗਲਾ ਕੇ, ਰਿਆਇਤਾਂ ਦੇ ਕੇ ਆਪਣੇ ਵੱਲ ਕੀਤਾ ਜਾਂਦਾ, ਉਹ ਵੀ ਲੋਕਤੰਤਰ ਦੇ ਉੱਤੇ ਬੜਾ ਵੱਡਾ ਧੱਬਾ ਹੈ। ਦੇਖੋ, ਪਿਛਲੇ 2014 ਦੀਆਂ ਚੋਣਾਂ ਦੇ ਵਿੱਚ ਮੋਦੀ ਸਾਹਿਬ ਨੇ ਕਾਰਪੋਰੇਟ ਸੈਕਟਰ ਦੇ ਨਾਲ ਰਲੇ ਹੋਏ ਗੋਦੀ ਮੀਡੀਆ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਇਸ ਢੰਗ ਦੇ ਨਾਲ ਕੰਪੇਨ ਚਲਾਈ ਕਿ ਸਾਰੇ ਲੋਕਾਂ ਨੂੰ ਗੁੰਮਰਾਹ ਕਰ ਮਾਰਿਆ। ਇੰਨਾ ਗੁੰਮਰਾਹ ਕਰ ਮਾਰਿਆ ਵੀ ਲੋਕ ਬਾਹੋਦਾਹੀ ਉਸ ਦੇ ਨਾਲ ਹੋ ਤੁਰੇ। ਬੜੀ ਵੱਡੀ ਗਿਣਤੀ ਦੇ ਵਿੱਚ ਉਸ ਨੂੰ ਵੋਟਾਂ ਪਈਆਂ। ਇਹ ਲੋਕਤੰਤਰ ਦਾ ਇੱਕ ਹੋਰ ਵੀ ਭੈੜਾ ਪੱਖ ਹੈ ਕਿ ਅਸੀਂ
ਬਿਨਾ ਚੋਣ ਮੈਨੀਫੈਸਟੋ ਜਿਹੜਾ ਕਾਨੂੰਨੀ ਦਸਤਾਵੇਜ਼ ਨਹੀਂ ਹੈ, ਉਸ ਮੈਨੀਫੈਸਟੋ ਚੋਣ ਆਧਾਰ ਦੇ ਉੱਤੇ ਬਹੁਤ ਵੱਡੀਆਂ ਗੱਲਾਂ ਕਰਕੇ ਲੋਕਾਂ ਨੂੰ ਗੁੰਮਰਾਹ ਕਰਦੇ ਆ, ਰਿਆਇਤਾਂ ਦਿੰਦੇ ਆ ਤੇ ਉਹਨਾਂ ਦੇ ਪਿੜ ਪੱਲੇ ਕੋਈ ਨਹੀਂ ਪਾਉਂਦੇ। ਉਦਾਹਰਨ ਹੈ ਕਿ ਮੋਦੀ ਸਾਹਿਬ ਨੇ ਕਿਹਾ ਸੀ ਕਿ ਮੈਂ 2 ਕਰੋੜ ਲੋਕਾਂ ਨੂੰ ਰੁਜ਼ਗਾਰ ਦੇਵਾਂਗਾ ਹਰ ਸਾਲ। ਉਹਨਾਂ ਦੇ ਵਿੱਚੋਂ ਕਿੰਨੇ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ, ਕਿੰਨੇ ਲੋਕ ਜਿਹੜੇ ਨੇ ਸੜਕਾਂ ਦੇ ਉੱਤੇ ਨੇ। ਉਹਨਾਂ ਨੇ ਕਿਹਾ ਸੀ ਵੀ ਮੈਂ ਗਰੀਬ ਲੋਕਾਂ ਦੀ ਹਾਲਾਤ ਜਿਹੜੇ ਨੇ ਅੱਛੇ ਦਿਨ ਆਉਣ ਵਾਲੇ ਨੇ, ਅੱਛੇ ਦਿਨ ਕਰਾਂਗਾ। ਉਹ ਕਿੰਨੇ ਲੋਕਾਂ ਦੇ ਦਿਨ ਅੱਛੇ ਹੋਏ ਨੇ? ਅੱਛੇ ਤਾਂ ਦਿਨ ਉਹਨਾਂ ਦੇ ਹੋਏ ਨੇ ਜਿਨ੍ਹਾਂ ਲੋਕਾਂ ਨੇ ਚੋਣਾਂ ਲੜੀਆਂ ਨੇ ਔਰ ਬਹੁਤ ਵੱਡੇ ਹਲਵੇ ਵੰਡੇ ਔਰ ਬਹੁਤ ਵੱਡੇ ਪੱਧਰ ਦੇ ਉੱਤੇ ਉਹਨਾਂ ਨੇ ਚੰਦੇ ਇਕੱਠੇ ਕਰਕੇ ਆਪਣੇ ਘਰ ਭਰ ਲਏ ਨੇ ਔਰ ਪਰਿਵਾਰਵਾਦ ਨੂੰ ਅੱਗੇ ਲਿਆਂਦਾ ਹੈ। ਸੋ ਭਾਰਤੀ ਲੋਕਤੰਤਰ, ਬਿਮਾਰ ਲੋਕਤੰਤਰ ਦੀਆਂ ਇਹ ਕੁਝ ਇਹੋ ਜਿਹੀਆਂ ਲੜੀਆਂ ਨੇ ਜਿਨ੍ਹਾਂ ਲੜੀਆਂ ਨੂੰ ਜਦੋਂ ਅਸੀਂ ਸਾਹਮਣੇ ਲਿਆ ਕੇ ਦੇਖਦੇ ਹਾਂ ਤੇ ਇਵੇਂ ਲੱਗਦਾ ਵੀ ਇਹ ਤੇ ਲੋਕਤੰਤਰ ਵਰਗੀ ਕੋਈ ਗੱਲ ਨਹੀਂ ਹੈ। ਤੀਸਰੇ ਨੰਬਰ ਦੇ ਉੱਤੇ ਜਿਹੜੀ ਸਭ ਤੋਂ ਭੈੜੀ, ਨਿਕੰਮੀ ਔਰ ਵਾਹਿਆਤ ਗੱਲ ਹੈ ਉਹ ਇਹ ਵੀ ਵੱਡੀ ਗਿਣਤੀ ਦੇ ਵਿੱਚ ਜਿੰਨੇ ਲੋਕ ਇੱਥੇ ਖੜੇ ਹੁੰਦੇ ਨੇ ਚੋਣਾਂ ਦੇ ਵਿੱਚ, ਚਾਹੇ ਉਹ ਪਾਰਲੀਮੈਂਟ ਦੀਆਂ ਚੋਣਾਂ ਨੇ, ਚਾਹੇ ਵਿਧਾਨ ਸਭਾ ਦੀਆਂ ਚੋਣਾਂ ਨੇ, ਉਹਨਾਂ ਦੇ ਵਿੱਚੋਂ ਕਰੋੜਪਤੀ ਨੇ। ਹੁਣ ਪੰਜਾਬ ਦੀ ਗੱਲ ਕਰ ਲਈਏ ਵੀ 521 ਕਰੋੜਪਤੀ, 1304 ਜਿਹੜੇ ਕੈਂਡੀਡੇਟ ਇੱਥੇ ਖੜੇ ਹੋਏ, 521 ਕਰੋੜਪਤੀ ਉਹਨਾਂ ਦੇ ਵਿੱਚ ਸੀ। ਉਹਨਾਂ ਦੇ ਵਿੱਚੋਂ 107 ਜਿਹੜੇ ਨੇ ਉਹ 107 ਕਾਂਗਰਸ ਦੇ ਵਿੱਚ ਸੀ, 99 ਭਾਰਤੀ ਜਨਤਾ ਪਾਰਟੀ ਤੇ ਸੀ, ਹੋਰ ਪਾਰਟੀਆਂ ਦੇ ਨਾਲ ਮਿਲਾ ਕੇ 521 ਕਰੋੜਪਤੀ ਨੇ। ਤੋ ਇਹ ਕਰੋੜਪਤੀ ਜਿਹੜੇ ਨੇ ਆਪਣੇ ਢੰਗ ਦੇ ਨਾਲ ਪੈਸਾ ਖਰਚਦੇ ਨੇ ਤੇ ਸਧਾਰਨ ਵਿਅਕਤੀ ਜਿਹੜਾ ਹੈ ਉਹ ਖੜੇ ਹੋਣ ਦੀ ਜ਼ਰੂਰਤ ਹੀ ਨਹੀਂ ਕਰਦਾ, ਕਿਉਂਕਿ ਉਸ ਦੇ ਕੋਲ ਪੈਸਾ ਖਰਚਣ ਨੂੰ ਕੋਈ ਗੱਲ ਨਹੀਂ ਹੁੰਦੀ ਹੈ। ਤੇ ਇਸ ਤੋਂ ਵੀ ਅਗਲੀ ਗੱਲ ਤੁਸੀਂ ਦੇਖੋ, ਲੋਕਤੰਤਰ ਦੀ ਕਾਲੀ ਕਲੋਟੀ ਤਸਵੀਰ ਪਈ। 1304 ਦੇ ਵਿੱਚੋਂ 1304 ਕੈਂਡੀਡੇਟਸ ਦੇ ਵਿੱਚੋਂ 100 ਤੋਂ ਵੱਧ ਇਹੋ ਜਿਹੇ ਨੇ ਜਿਹੜੇ ਬਿਲਕੁਲ ਅੰਗੂਠਾ ਛਾਪ ਨੇ, ਅਨਪੜ੍ਹ ਨੇ। ਇਹ ਲੋਕਤੰਤਰ ਦੀ ਕਿਹੋ ਜਿਹੀ ਤਸਵੀਰ ਹੈ? ਇਹ ਨੇਤਾ ਜਿਨ੍ਹਾਂ ਨੇ MLA ਬਣਨਾ ਹੈ ਕੱਲ ਨੂੰ, ਵੱਡੇ ਬਾਬੂ ਸ਼ਾਹਾਂ ਦੇ ਉੱਤੇ, ਭਾਵ IAS ਅਫਸਰਾਂ ਦੇ ਉੱਤੇ, ਡਾਕਟਰਾਂ ਦੇ ਉੱਤੇ, ਇੰਜੀਨੀਅਰਾਂ ਦੇ ਉੱਤੇ ਰਾਜ ਕਰਨਾ ਹੈ ਔਰ ਉਹਨਾਂ ਨੂੰ ਡਾਇਰੈਕਸ਼ਨਸ ਦੇਣੀਆਂ ਨੇ। ਜਿਸ ਵੇਲੇ ਇਹ ਅਨਪੜ੍ਹ ਕਿਸਮ ਦੇ ਲੋਕ ਰਾਜ ਭਾਗ ਦੇ ਵਿੱਚ ਬੈਠਣਗੇ, ਕਾਨੂੰਨ ਕਾਨੂੰਨੀ ਸਭਾ ਦੇ ਵਿੱਚ ਨੁਮਾਇੰਦਗੀ ਕਰਨਗੇ, ਤੁਸੀਂ ਮੈਨੂੰ ਦੱਸੋ ਵੀ ਉਹ ਕਿਸ ਕਿਸਮ ਦੀ ਨੁਮਾਇੰਦਗੀ ਕਰਨਗੇ? ਲੋਕਤੰਤਰ ਦੀ ਇੱਕ ਇਹੋ ਜਿਹੀ ਭੈੜੀ ਤਸਵੀਰ ਹੈ ਜਿਸ ਨੂੰ ਕਿਸੇ ਵੀ ਹਾਲਤ ਦੇ ਵਿੱਚ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਇਸ ਤੋਂ ਵੀ ਅਗਲੀ ਗੱਲ ਸੰਜੀਵ ਜੀ ਉਹ ਗੱਲ ਵੀ ਭਾਰਤ ਦੀ ਕੁੱਲ ਆਬਾਦੀ ਦਾ 47.59% ਜਿਹੜਾ ਔਰਤਾਂ ਨੇ। ਇਹਨਾਂ ਔਰਤਾਂ ਦੇ ਵਿੱਚੋਂ ਆਪਾਂ ਬਹੁਤੀ ਦੂਰ ਨਹੀਂ ਗੱਲਾਂ ਕਰਨੀਆਂ, ਕਿਉਂਕਿ ਦੇਸ਼ ਭਰ ਦੇ ਵਿੱਚ ਤਾਂ ਜੋ ਕੁਝ ਹੁੰਦਾ ਉਹ ਆਪਣੇ ਸਾਹਮਣੇ ਹੈ। ਪੰਜਾਬ ਦੀਆਂ ਚੋਣਾਂ ਸਾਡੇ ਸਾਹਮਣੇ ਦ੍ਰਿਸ਼ ਦੇ ਵਿੱਚ ਸਨ। ਇਸ ਦੇ ਵਿੱਚ ਸਿਰਫ 51 ਔਰਤਾਂ ਜਿਹੜੀਆਂ ਨੇ 1304 ਦੇ ਵਿੱਚੋਂ ਚੋਣਾਂ ਲੜਨ ਲਈ ਆਈਆਂ ਔਰ 1304 ਵਿੱਚੋਂ 51 ਔਰ 29 ਜਿਹੜੀਆਂ ਨੇ 29 ਉਹ ਆਜ਼ਾਦ ਉਮੀਦਵਾਰ ਦੇ ਤੌਰ ਤੇ ਖੜੀਆਂ ਹੋਈਆਂ। ਬਾਕੀ ਬੜਬੜੀਆਂ ਖੱਬੇ ਖਾਨ ਪਾਰਟੀਆਂ, ਚਾਹੇ ਉਹ ਕਾਂਗਰਸ ਸੀ, ਚਾਹੇ ਭਾਜਪਾ ਸੀ, ਬਸਪਾ ਸੀ, ਹੋਰ ਪਾਰਟੀਆਂ ਸੀ, ਉਹਨਾਂ ਦੇ ਵਿੱਚੋਂ ਬਾਕੀ ਰਹਿੰਦੇ ਕੈਂਡੀਡੇਟ ਔਰਤਾਂ ਸਨ। ਤੋ ਜਦੋਂ ਅਸੀਂ ਗੱਲ ਇਹ ਕਰਦੇ ਹਾਂ ਵੀ ਅਸੀਂ ਔਰਤਾਂ ਨੂੰ ਬਰਾਬਰ ਦੇ ਅਧਿਕਾਰ ਦਿੰਦੇ ਹਾਂ, ਜਦੋਂ ਅਸੀਂ ਇਹ ਗੱਲ ਕਰਦੇ ਹਾਂ ਵੀ 50% ਔਰਤਾਂ ਨੂੰ ਤਾਂ ਅਸੀਂ ਸੀਟਾਂ ਦੇਣੀਆਂ ਨੇ ਔਰ ਉਹਨਾਂ ਨੂੰ ਅੱਗੇ ਲਿਆਉਣਾ, ਉਹਨਾਂ ਦੀ ਨੁਮਾਇੰਦਗੀ ਜਿਹੜੀ ਆ ਵਧਾਉਣੀ ਆ, ਤਾਂ ਕਿ ਜਿਹੜਾ ਸਮਾਜ ਤਾਂ ਸੰਤੁਲਿਤ ਹੋ ਹੀ ਸਕੇ, ਪਾਰਲੀਮੈਂਟ ਔਰ ਵਿਧਾਨ ਸਭਾਵਾਂ ਵੀ ਸੰਤੁਲਿਤ ਹੋਣ। ਬਹੁਤ ਸਾਰੇ ਦੇਖੋ ਦੇਸ਼ ਇਹੋ ਜਿਹੇ ਨੇ, ਅਮਰੀਕਾ, ਕੈਨੇਡਾ, ਹੋਰ ਥਾਵਾਂ ਦੇ ਉੱਤੇ ਜਿੱਥੇ ਔਰਤਾਂ ਦੀ ਨੁਮਾਇੰਦਗੀ ਜਿਹੜੀ ਬੜੀ ਵੱਡੀ ਗਿਣਤੀ ਦੇ ਵਿੱਚ ਹੈ। ਪਰ ਹਿੰਦੁਸਤਾਨ ਦੇ ਵਿੱਚ ਇਹ ਗਿਣਤੀ ਬਹੁਤ ਘੱਟ ਹੈ, ਜਿਹੜੀ ਕਿ ਭਾਰਤੀ ਲੋਕਤੰਤਰ ਲਈ ਬੜੀ ਸ਼ਰਮਨਾਕ ਗੱਲ ਹੈ। ਜਿੱਥੇ ਅਸੀਂ ਕਹਿੰਦੇ ਹਾਂ ਅਸੀਂ ਔਰਤਾਂ ਅਰਦੰਗਣੀ ਹੈ, ਸਾਡਾ ਅੱਧ ਹੈ, ਜਿਸ ਵੇਲੇ ਅਸੀਂ ਕਹਿੰਦੇ ਹਾਂ ਭਾਰਤ ਦੀ ਆਜ਼ਾਦੀ ਦੀ ਮੂਵਮੈਂਟ ਦੇ ਵਿੱਚ ਉਹਨਾਂ ਨੇ ਬੜਾ ਵੱਡਾ ਯੋਗਦਾਨ ਪਾਇਆ, ਜਿੱਥੇ ਅਸੀਂ ਕਹਿੰਦੇ ਹਾਂ ਵੀ ਉਹ ਹਰ ਖੇਤਰ ਦੇ ਵਿੱਚ ਸਾਡੇ ਨਾਲ ਪੈਰ ਤੇ ਪੈਰ ਲਾ ਕੇ ਤੁਰ ਰਹੀਆਂ ਨੇ। ਇਹ ਵੀ ਕਹਿੰਦੇ ਹਾਂ ਵੀ ਔਰਤਾਂ ਜਿਹੜੀਆਂ, ਲੜਕੀਆਂ ਜਿਹੜੀਆਂ ਨੇ ਉਹ ਪੜ੍ਹਾਈ ਦੇ ਖੇਤਰ ਦੇ ਵਿੱਚ ਹੁਣ ਇਸ ਢੰਗ ਦੇ ਨਾਲ ਅੱਗੋਂ ਤੁਰ ਰਹੀਆਂ ਨੇ ਕਿ
ਕਲਾਸਾਂ ਦੇ ਵਿੱਚ ਫਸਟ ਆਉਂਦੀਆਂ ਨੇ, ਨੇਵੀ ਦੇ ਵਿੱਚ ਚਲੇ ਗਈਆਂ, ਪੁਲਿਸ ਦੇ ਵਿੱਚ ਚਲੇ ਗਈਆਂ, ਹੋਰ ਥਾਵਾਂ ਦੇ ਵਿੱਚ ਚਲੇ ਗਈਆਂ। ਪਰ ਸਿਆਸੀ ਖੇਤਰ ਦੇ ਵਿੱਚ ਉਹਨਾਂ ਦੇ ਰਾਹ ਜਿਹੜੇ ਨੇ ਰੋਕੇ ਹੋਏ ਨੇ। ਔਰ ਇਹ ਰਾਹ ਰੋਕਣ ਵਾਲੇ ਕੌਣ ਲੋਕ ਨੇ ਭਾਈ? ਇਹ ਰਾਹ ਰੋਕਣ ਵਾਲੇ ਸਿਆਸਤਦਾਨ ਨੇ, ਤੇ ਉਹ ਸਿਆਸਤਦਾਨ ਜਿਨ੍ਹਾਂ ਦਾ ਭਾਰਤੀ ਲੋਕਤੰਤਰ ਦੇ ਉੱਤੇ ਪੂਰੀ ਤਰ੍ਹਾਂ ਕਬਜ਼ਾ ਹੈ। ਇਸ ਤੋਂ ਵੀ ਅਗਲੀ ਭੈੜੀ ਤਸਵੀਰ ਸੰਜੀਵ ਜੀ ਤੁਹਾਡੇ ਸਾਹਮਣੇ ਲਿਆਉਣਾ ਭਈ ਬਹੁਤੀਆਂ ਗੱਲਾਂ ਤਾਂ ਆਪਾਂ ਜਾਣਦੇ ਹਾਂ ਵੀ ਭਾਰਤੀ ਸੰਸਦ ਦੇ ਵਿੱਚ 48% ਲੋਕ ਜਿਹੜੇ ਨੇ ਕ੍ਰਿਮੀਨਲ ਰਿਕਾਰਡ ਵਾਲੇ ਨੇ ਜੀ। ਇਹ ਮੈਂ ਨਹੀਂ ਕਹਿੰਦਾ, ਇਹ ਇੱਕ ਰਿਪੋਰਟ ਹੈ IDR ਦੀ, ਉਸ ਨੇ ਕੀਤਾ ਇਸ ਗੱਲ ਬਾਰੇ ਬੜਾ ਲੰਮਾ ਚੌੜਾ ਚਰਚਾ ਕੀਤਾ। ਔਰ ਹਰੇਕ MP ਦੇ ਬਾਰੇ ਉਹਨਾਂ ਨੇ ਆਪਣੀ ਰਾਏ ਜਿਹੜੀ ਹੈ ਉਹਨਾਂ ਦੇ ਵੱਲੋਂ ਜਾਰੀ ਐਫੀਡੇਵਿਟ ਦੇ ਆਧਾਰ ਤੇ ਕੀਤੀ ਹੈ। ਪੰਜਾਬ ਦੇ ਵਿੱਚ ਵੀ ਜਦੋਂ ਚੋਣਾਂ ਹੋਈਆਂ ਨੇ 1304 ਦੇ ਵਿੱਚੋਂ 25% ਜਿਹੜੇ ਨੇ ਉਹ ਕ੍ਰਿਮੀਨਲ ਰਿਕਾਰਡ ਵਾਲੇ ਲੋਕ ਨੇ। ਔਰ ਹਰ ਪਾਰਟੀ ਦੇ ਵਿੱਚ ਇਹੋ ਜਿਹੇ ਨੇ। ਔਰ ਸਭ ਤੋਂ ਵੱਧ ਉਹਦੇ ਵਿੱਚ ਭਾਜਪਾ ਤੇ ਆਮ ਆਦਮੀ ਪਾਰਟੀ ਨੇ ਸਭ ਤੋਂ ਅੱਗੇ ਨੇ, ਇਹ ਦੋਏ ਪਾਰਟੀਆਂ। ਤਾਂ ਮੈਨੂੰ ਦੱਸੋ ਵੀ ਇਹ ਕੇਸ ਲੋਕਤੰਤਰ ਦੀ ਤਸਵੀਰ ਹੈ? ਇਹ ਇਹੋ ਜਿਹਾ ਬਿਮਾਰ ਲੋਕਤੰਤਰ ਹੈ ਜਿਸ ਦੇ ਉੱਤੇ ਖੱਬੀ ਖਾਨਾ ਦਾ ਕਬਜ਼ਾ ਹੈ, ਨੰਬਰ 1। ਕ੍ਰਿਮੀਨਲ ਰਿਕਾਰਡ ਵਾਲੇ ਲੋਕਾਂ ਦਾ ਕਬਜ਼ਾ ਹੈ, ਨੰਬਰ 3। ਕਰੋੜਪਤੀਆਂ ਦਾ ਕਬਜ਼ਾ ਹੈ, ਨੰਬਰ 4। ਮਰਦ ਪ੍ਰਧਾਨ ਜਿਹੜੇ ਨੇ, ਮਰਦ ਪ੍ਰਧਾਨ ਸਮਾਜ ਦੇ ਵਿੱਚ ਵੱਡੇ ਟੁੱਠਾਂ ਵਾਲੇ ਲੋਕ ਜਿਹੜੇ ਵਿਚਰ ਰਹੇ ਨੇ, ਉਹਨਾਂ ਨੇ ਔਰਤ ਜਾਤ ਨੂੰ ਪਿੱਛੇ ਸੁੱਟ ਕੇ ਆਪਣਾ ਕਬਜ਼ਾ ਕੀਤਾ ਹੋਇਆ ਹੈ। ਨੰਬਰ 5 ਤੇ ਮੈਜੋਰਟੀ ਦੇ ਥਾਂ ਤੇ ਮਿਨੋਰਟੀ। ਆਪਾਂ ਕਹਿੰਦੇ ਨਾ ਵੀ ਮਿਨੋਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਬਣਨੀ ਹੈ। ਮਿਨੋਰਟੀ ਦੀ ਸਰਕਾਰ ਤਾਂ ਪੰਜਾਬ ਵਿੱਚ ਕੀ ਹਿੰਦੁਸਤਾਨ ਭਰ ਦੇ ਵਿੱਚ ਹਰ ਵੇਲੇ ਬਣੀ ਹੋਈ ਹੈ। ਮੋਦੀ ਸਰਕਾਰ 23% ਲੋਕਾਂ ਦੀ ਨੁਮਾਇੰਦਗੀ ਕਰਦੀ ਆ। ਜਿਹੜੀਆਂ ਵੋਟਾਂ ਉਸ ਨੂੰ ਪੂਰੇ ਹਿੰਦੁਸਤਾਨ ਭਰ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ, ਪਿਛਲੇ ਇਲੈਕਸ਼ਨ ਦੇ ਵਿੱਚ ਮਿਲੀਆਂ ਨੇ। ਔਰ ਉਸ ਦੇ ਆਧਾਰ ਦੇ ਉੱਤੇ ਹੀ ਉਹ ਦੇਖੋ ਇੰਨੀਆਂ ਸੀਟਾਂ ਲੈ ਗਏ ਨੇ। ਔਰ ਉਹਨਾਂ ਸੀਟਾਂ ਲਿਜਾਣ ਤੋਂ ਬਾਅਦ ਉਹਨਾਂ ਨੇ ਦੇਖੋ ਹਿੰਦੁਸਤਾਨ ਦਾ ਚਿਹਰਾ ਮੋਹਰਾ ਆਪਣੇ ਢੰਗ ਦੇ ਨਾਲ ਕਾਲੋਂ ਪੋਤਣ ਦਾ ਯਤਨ ਕੀਤਾ। ਬੜੇ ਕਾਨੂੰਨ ਮੁਲਾਜ਼ਮਾਂ ਦੇ ਵਿਰੋਧ ਦੇ ਵਿੱਚ ਜਾਰੀ ਕੀਤੇ, ਮਜ਼ਦੂਰਾਂ ਦੇ ਵਿਰੋਧ ਵਿੱਚ ਕੀਤੇ, ਨਿੱਜੀਕਰਨ ਜਿਹੜਾ ਹੈ ਉਹ ਸਾਹਮਣੇ ਲਿਆਂਦਾ, ਖੇਤੀ ਕਾਨੂੰਨ ਕਾਲੇ ਪਾਸ ਕੀਤੇ। ਔਰ ਉਹਨਾਂ ਵੱਲੋਂ ਯਤਨ ਹੈ ਕਾਰਪੋਰੇਟ ਸੈਕਟਰ ਨੂੰ ਅੱਗੇ ਲਿਆ ਕੇ ਮੁੜ ਕੇ ਭਾਰਤ ਨੂੰ ਗੁਲਾਮੀ ਦੀਆਂ ਜੰਜੀਰਾਂ ਦੇ ਵਿੱਚ ਜਕੜ ਹੋਣ ਲਈ ਛੱਡਣ ਦਾ, ਆਪਣੀ ਕੁਰਸੀ ਦੀ ਖਾਤਰ। ਸੋ ਲੋਕਤੰਤਰ ਦਾ ਜਿਹੜਾ ਚਿਹਰਾ ਮੋਹਰਾ ਸਾਡੇ ਸਾਹਮਣੇ ਦਿਸ ਰਿਹਾ ਉਹ ਬੜਾ ਕਾਲਾ ਹੈ, ਉਹ ਬੜਾ ਭੈੜਾ ਹੈ, ਉਹ ਸਾਡੇ ਸਮਾਜ ਲਈ ਸਾਵਾਂ ਨਹੀਂ ਹੈ। ਤੇ ਪੰਜਾਬ ਇਸ ਗੱਲ ਦੇ ਵਿੱਚ ਬਾਕੀ ਸੂਬਿਆਂ ਦੇ ਨਾਲੋਂ ਕੋਈ ਵੱਖਰਾ ਨਹੀਂ ਹੈ। ਇੱਥੇ ਵੀ ਧੌਂਸ ਵਾਲੇ ਲੋਕ ਸਾਹਮਣੇ ਨੇ, ਇੱਥੇ ਵੀ ਤਕੜੇ ਲੋਕਾਂ ਦਾ ਬੋਲਬਾਲਾ ਹੈ, ਇੱਥੇ ਵੀ ਮਰਦ ਪ੍ਰਧਾਨ ਸਮਾਜ ਦਾ ਉਸੇ ਢੰਗ ਦੇ ਨਾਲ ਔਰਤਾਂ ਨੂੰ ਪਰੇਸ਼ਾਨ ਕਰਨ ਦਾ ਵਤੀਰਾ ਹੈ ਜਿਸ ਢੰਗ ਦਾ ਬਾਕੀ ਸਮਾਜ ਦੇ ਵਿੱਚ ਹੈ। ਔਰ ਇਹ ਲੋਕਤੰਤਰ ਦੀ ਇੱਕ ਕਾਲੀ ਤਸਵੀਰ ਜਿਹੜੀ ਹੈ ਉਹ ਸਾਡੇ ਸਾਹਮਣੇ ਪੇਸ਼ ਕਰਦਾ ਸੰਜੀਵ ਜੀ। ਜੀ ਬਲਾਹੀ ਸਾਹਿਬ, ਸੁਣਨ ਚ ਆ ਰਿਹਾ ਹੈ ਕਿ ਜਿਉਂ-ਜਿਉਂ 10 ਮਾਰਚ ਨੇੜੇ ਆ ਰਹੀ ਹੈ ਕਿ ਜਿਸ ਦਿਨ ਚੋਣਾਂ ਦੇ ਨਤੀਜੇ ਸਾਹਮਣੇ ਆਉਣੇ ਨੇ, ਜਿਹੜੇ ਪੰਜਾਬ ਦੇ ਆਫਿਸਰਸ ਨੇ, ਬਿਊਰੋਕ੍ਰੇਸੀ ਹੈ, ਅਫਸਰਸ਼ਾਹੀ ਹੈ, ਇਹਨਾਂ ਨੇ ਵੱਖੋ-ਵੱਖ ਸਿਆਸੀ ਆਗੂਆਂ ਨੂੰ, ਵੱਖੋ-ਵੱਖ ਸਿਆਸੀ ਪਾਰਟੀਆਂ ਨੂੰ ਸਾਈਆਂ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਨੇ। ਇਹਨਾਂ ਨੂੰ ਸ਼ਾਇਦ ਚੇਤਾ ਨਹੀਂ ਕਿ ਇਤਿਹਾਸ ਗਵਾਹ ਹੈ ਕਿ ਇੱਕ ਵਾਰੀ ਕੈਪਟਨ ਸਾਹਿਬ ਦੇ ਵੀ ਲੱਡੂ ਧਰੇ ਧਰਾਏ ਰਹਿ ਗਏ ਸੀ ਤੇ ਆਮ ਆਦਮੀ ਪਾਰਟੀ ਦੀ ਸਜਾਵਟ ਵੀ ਉੱਥੇ ਹੀ ਰਹਿ ਗਈ ਸੀ ਕਿਉਂਕਿ ਨਤੀਜੇ ਕੁਝ ਵੱਖਰੇ ਨਿਕਲੇ ਸੀ। ਮਾਹਿਰ ਹਮੇਸ਼ਾ ਇਹੀ ਗੱਲ ਕਹਿੰਦੇ ਰਹੇ ਕਿ ਪਾਰਟੀ ਨੂੰ ਨਾ ਦੇਖੋ, ਇੰਡੀਵਿਜੂਅਲ ਨੂੰ ਦੇਖੋ, ਕੱਲੇ-ਕੱਲੇ ਬੰਦੇ ਨੂੰ ਦੇਖੋ, ਉਹਦਾ ਕਿਰਦਾਰ ਦੇਖੋ, ਉਹਨੂੰ ਚੁਣੋ ਤਾਂ ਕਿ ਜੇ ਅੱਜ ਉਹ ਹਾਰ ਵੀ ਜਾਣਗੇ ਤਾਂ ਕੋਈ ਗੱਲ ਨਹੀਂ। ਸੋ ਇਲੈਕਸ਼ਨਸ ਤੋਂ ਪਹਿਲਾਂ ਮਾਹਿਰ ਇਹ ਗੱਲ ਕਹਿੰਦੇ ਰਹੇ ਕਿ ਤੁਸੀਂ ਪਾਰਟੀ ਨੂੰ ਨਾ ਵੇਖੋ, ਤੁਸੀਂ ਇੰਡੀਵਿਜੂਅਲਸ ਨੂੰ ਦੇਖੋ, ਕੱਲੇ-ਕੱਲੇ ਬੰਦੇ ਨੂੰ ਦੇਖੋ, ਉਹਨਾਂ ਦਾ ਕਿਰਦਾਰ ਦੇਖੋ, ਉਹਨਾਂ ਨੂੰ ਚੁਣੋ, ਪਾਰਟੀ ਨੂੰ ਨਾ ਚੁਣੋ, ਕੱਲੇ-ਕੱਲੇ ਬੰਦੇ ਨੂੰ ਚੁਣੋ। ਕੋਈ ਗੱਲ ਨਹੀਂ, ਜੇ ਅੱਜ ਹਾਰ ਵੀ ਗਏ ਤਾਂ ਭਲੇ ਬੰਦੇ ਦਾ ਸਾਹਮਣੇ ਆਉਣਗੇ, ਨੇਕ ਬੰਦੇ ਦਾ ਸਾਹਮਣੇ ਆਉਣਗੇ ਪੰਜਾਬ ਦੇ ਭਵਿੱਖ ਵਾਸਤੇ। ਬਿਹਤਰ ਬੰਦੇ, ਬਿਹਤਰ ਫੈਸਲੇ, ਇਹ ਸੋਚ ਲੈ ਕੇ ਚੱਲੇ। ਤੇ ਹੁਣ ਦੇਖੋ ਪਬਲਿਕ ਨੇ ਕੀ ਕੀਤਾ ਹੈ, EVM ਮਸ਼ੀਨਸ ਕੀ ਕਹਿਣਗੀਆਂ 10 ਮਾਰਚ ਨੂੰ, ਇਹ ਤਾਂ ਉਸੇ ਦਿਨ ਪਤਾ ਲੱਗੂ।
ਪਰ ਇੱਕ ਗੱਲ ਸੋਚਣ ਵਾਲੀ ਹੈ, ਤੁਸੀਂ ਇਹ ਸਾਰੇ ਕਿਰਦਾਰ ਸਾਡੇ ਸਾਹਮਣੇ ਰੱਖੇ ਨੇ, ਬਿਊਰੋਕ੍ਰੇਸੀ ਦੇ ਵੀ, ਪੋਲੀਟੀਸ਼ੀਅਨਸ ਦੇ ਵੀ, ਸੰਵਿਧਾਨ ਦੇ ਕੰਟੈਕਸਟ ਦੇ ਵਿੱਚ। ਤੁਸੀਂ ਸਿਰਫ ਇਸ ਗੱਲ ਦਾ ਜਵਾਬ ਦਿਓ ਕਿ ਪੂਰੇ ਪੰਜਾਬ ਵਿੱਚੋਂ ਸਾਨੂੰ 117 ਬੰਦੇ ਚਾਹੀਦੇ ਨੇ ਪਾਰਲੀਮੈਂਟ ਦੇ ਵਿੱਚ, ਤੇ 117 ਬੰਦੇ ਕੋਈ ਚੰਗੇ, ਕੋਈ ਚੱਜ ਦੇ, ਕੋਈ ਵਧੀਆ ਬੰਦੇ ਸਾਨੂੰ ਨਹੀਂ ਲੱਭ ਸਕਦੇ। ਦੇਖੋ, ਇਹ ਸਵਾਲ ਤਾਂ ਬੜਾ ਮੈਨੂੰ ਇਵੇਂ ਲੱਗਦਾ ਵੀ 117 ਬੰਦੇ ਉਹਨਾਂ ਬੰਦਿਆਂ ਦੇ ਵਿੱਚੋਂ ਲੱਭਣੇ ਜਿਹੜੇ ਮੁੱਖ ਤੌਰ ਤੇ ਇਹੋ ਜਿਹੇ ਨੇ, ਜਿਨ੍ਹਾਂ ਦੇ ਵਿੱਚੋਂ ਮੈਜੋਰਿਟੀ ਮੁੱਖ ਤੌਰ ਤੇ ਇਹੋ ਜਿਹੇ ਲੋਕਾਂ ਦੀ ਹੈ ਜਿਹੜੇ ਅਸਲ ਵਿੱਚ ਸਮਾਜ ਭਲੇ ਲਈ ਨਹੀਂ, ਆਪਣੀ ਕੁਰਸੀ ਲਈ ਕੰਮ ਕਰਦੇ ਨੇ ਜੀ। ਦੇਖੋ, ਬੜਬੜੀਆਂ ਟਾਰਾਂ ਮਾਰੀਆਂ ਗਈਆਂ, ਵੱਡੇ ਵੱਡੇ ਕੇਸ ਇੱਕ ਦੂਜੇ ਤੇ ਦਰਜ ਕੀਤੇ, ਕਰਾਏ ਗਏ, ਬਹੁਤ ਘਮਸਾਨ ਜਿਹੜਾ ਹੈ ਮਚਿਆ, ਦੰਗਲ ਇੱਥੇ ਚੱਲਿਆ, ਔਰ ਬੜਬੜੀਆਂ ਰੈਲੀਆਂ ਹੋਈਆਂ। ਰੈਲੀਆਂ ਨੂੰ ਕਿਸੇ ਨੂੰ ਫੇਲ ਕਰਨ ਦਾ, ਕਿਸੇ ਨੂੰ ਪਾਸ ਕਰਨ ਦਾ ਯਤਨ ਜਿਹੜਾ ਹੋਇਆ, ਔਰ ਇਹਦੇ ਵਿੱਚ ਬਹੁਤ ਵੱਡੇ ਨਸ਼ੇ ਦੇ ਕਾਰੋਬਾਰੀਆਂ ਦਾ, ਮਾਫੀਏ ਵਾਲੇ ਲੋਕਾਂ ਦਾ ਬਹੁਤ ਵੱਡਾ ਰੋਲ ਜਿਹੜਾ ਹੈ ਇਸ ਸਾਰੀ ਇਲੈਕਸ਼ਨ ਦੇ ਦਰਮਿਆਨ ਰਿਹਾ। ਤੇ ਜਿਸ ਵੇਲੇ ਰੋਲ ਇਹੋ ਜਿਹੇ ਲੋਕਾਂ ਦਾ ਹੋਵੇ ਤਾਂ ਉਸ ਹਾਲ ਦੇ ਵਿੱਚ ਕਿੰਨੇ ਬੰਦੇ ਜਿਹੜੇ ਨੇ ਚੰਗੇ ਲੱਭੇ ਜਾ ਸਕਦੇ ਨੇ, ਨੰਬਰ 1। ਨੰਬਰ 2 ਤੇ ਪੰਜਾਬ ਦੇ ਵਿੱਚ ਡੇਰੇ ਬੜੇ ਨੇ, ਉਹਨਾਂ ਡੇਰਿਆਂ ਦੇ ਵਿੱਚ ਉਹ ਸ਼ਖਸ ਬੈਠੇ ਨੇ ਜਿਹੜੇ ਅਨਪੜ੍ਹ ਕਿਸਮ ਦੇ ਲੋਕ ਨੇ, ਔਰ ਅਨਪੜ੍ਹ ਕਿਸਮ ਦੇ ਨਹੀਂ, ਸਿਆਣੇ ਸਿਆਣੇ ਲੋਕਾਂ ਨੂੰ ਵੀ ਆਪਣੇ ਮਗਰ ਲਾ ਕੇ, ਆਪਣੇ ਡੇਰੇ ਦੇ ਮਗਰ ਲਾ ਕੇ ਉਹਨਾਂ ਦੀਆਂ ਵੋਟਾਂ ਬਟੋਰਦੇ ਰਹੇ ਨੇ ਔਰ ਬਟੋਰ ਰਹੇ ਨੇ। ਔਰ ਕਿਹਾ ਇਹ ਜਾਂਦਾ ਵੀ ਜਿਵੇਂ ਤੁਸੀਂ ਕਿਹਾ ਵੀ ਸਿਆਣੇ ਲੋਕਾਂ ਦੀ ਪੰਜਾਬ ਵਿੱਚ ਕਮੀ ਨਹੀਂ ਹੈ, ਉਹਨਾਂ ਵਿੱਚੋਂ ਕੁਝ ਡੇਰੇ ਵਾਲੇ ਲੋਕਾਂ ਨੇ ਵੀ ਆਪਣੇ ਹਿਸਾਬ ਦੇ ਨਾਲ ਫੈਸਲੇ ਲਏ ਨੇ। ਇਹ ਇੱਕ ਚੰਗੀ ਗੱਲ ਹੈ। ਪਰ ਗੱਲ ਇਹ ਹੈ ਵੀ ਹੁਣ ਜਿਸ ਵੇਲੇ ਤੁਸੀਂ ਸਵਾਲ ਕਰ ਰਹੇ ਹੋ, ਇਹ ਸਵਾਲ ਤਾਂ ਇਲੈਕਸ਼ਨ ਤੋਂ ਪਹਿਲਾਂ ਕਰਨ ਵਾਲਾ ਸੀ ਔਰ ਲੋਕਾਂ ਨੂੰ ਦੱਸਣ ਵਾਲਾ ਸੀ ਵੀ ਭਾਈ ਇਲੈਕਸ਼ਨਾਂ ਦੇ ਵਿੱਚ ਤੁਸੀਂ ਜਿਹੜੇ ਮਾਹਰ ਕਹਿੰਦੇ ਨੇ, ਸਿਆਣੇ ਲੋਕ ਕਹਿੰਦੇ ਨੇ, ਉਹਦੇ ਵਿੱਚ ਪਾਰਟੀਆਂ ਨੂੰ ਮੱਦੇ ਨਜ਼ਰ ਨਾ ਰੱਖੋ, ਉਹਦੇ ਵਿੱਚ ਸਿਰਫ ਉਹਨਾਂ ਲੋਕਾਂ ਨੂੰ, ਚੰਗੇ ਲੋਕਾਂ ਨੂੰ ਰੱਖੋ ਜਿਹੜੇ ਕਿ ਤੁਹਾਡੇ ਹੱਕਾਂ ਦੀ ਤਰਜਮਾਨੀ ਕਰਨਗੇ ਜਾਂ ਕਰ ਰਹੇ ਨੇ, ਜਾਂ ਜਿਹੜੇ ਤੁਹਾਨੂੰ ਰੁਜ਼ਗਾਰ ਦੇਣ ਦੀ ਗੱਲ ਕਰ ਸਕਦੇ ਨੇ, ਜਿਹੜੇ ਪ੍ਰਵਾਸ ਦੇ ਉੱਤੇ ਜਾ ਰਹੇ ਲੋਕਾਂ ਨੂੰ ਰੋਕ ਸਕਦੇ ਨੇ, ਜਿਹੜੇ ਪੰਜਾਬ ਦੀ ਆਰਥਿਕ ਹਾਲਤ ਨੂੰ ਸਹੀ ਥਾਂ ਤੇ ਕਰ ਸਕਦੇ ਨੇ। ਸੋ ਇਸ ਵੇਲੇ ਸਥਿਤੀ ਇਹੋ ਜਿਹੀ ਨਹੀਂ ਕਿ ਮੈਂ ਤੁਹਾਨੂੰ ਇਸ ਗੱਲ ਦਾ ਸਹੀ ਤੇ ਪੱਧਰਾ ਜਵਾਬ ਦੇ ਸਕਾਂ ਕਿ ਉਹਨਾਂ 117 ਵਿੱਚੋਂ ਕਿੰਨੇ ਬੰਦੇ ਚੰਗੇ ਆਉਣਗੇ, ਕਿੰਨੇ ਮਾੜੇ ਆਉਣਗੇ, ਤੇ ਉਹਨਾਂ ਨੂੰ ਖਰੀਦੋ ਫਰੋਖਤ ਕਰਨ ਲਈ ਕਿੰਨੇ ਲੋਕ ਅੱਗੇ ਆਉਣਗੇ। ਕਿਉਂਕਿ ਹੁਣੇ ਬਸਾਤ ਜਿਹੜੀ ਹੈ ਵਿਛਾਈ ਜਾਣ ਲੱਗ ਪਈ ਆ। ਕਾਂਗਰਸ ਕਹਿੰਦੀ ਕਿ ਅਸੀਂ ਚੋਣਾਂ ਜਿੱਤ ਲੈਣੀਆਂ ਨੇ, ਉਧਰ ਦੇਸ਼ ਦਾ ਗ੍ਰਹਿ ਮੰਤਰੀ ਕਹਿੰਦਾ ਅਸੀਂ ਵੱਖੋ ਵੱਖਰੇ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਨਾਲ ਰਲ ਕੇ ਇਹ ਸਾਰਾ ਕੁਝ ਮੁੜ ਕੇ ਫੇਰ ਜਿਹੜੀ ਪਾਵਰ ਹੈ, ਤਾਕਤ ਹੈ, ਸੰਭਾਲ ਲੈਣੀ ਹੈ। ਤੇ ਇੱਕ ਤੀਸਰੀ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਵੀ ਜੇ ਕੋਈ ਵੀ ਧਿਰ ਠੀਕ ਢੰਗ ਦੇ ਨਾਲ ਅੱਗੇ ਨਾ ਆ ਸਕੀ ਤੇ ਰਾਸ਼ਟਰਪਤੀ ਰਾਜ ਲਾਗੂ ਕਰਕੇ ਕੇਂਦਰ ਸਰਕਾਰ ਜਿਹੜੀ ਹੈ ਉਹ ਪੰਜਾਬ ਦੀ ਤਾਕਤ ਨੂੰ ਹਥਿਆ ਲੈ ਗਈ। ਤੋ ਇਸ ਹਾਲ ਦੇ ਵਿੱਚ ਭਾਜਪਾ ਜਿਹਦੀ ਉਸ ਦਾ ਚਿਰਾਂ ਦਾ ਸੁਪਨਾ ਹੈ ਕਿ ਪੰਜਾਬ ਦੇ ਵਿੱਚ ਉਹਨਾਂ ਦਾ ਰਾਜ ਹੋਵੇ ਤੇ ਪ੍ਰੋਕਸੀ ਰਾਜ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਉਹਨਾਂ ਦਾ ਹੋ ਜਾਏਗਾ। ਔਰ ਇਸ ਦੇ ਨਾਲ ਨਾਲ ਇੱਕ ਗੱਲ ਜਿਹੜੀ ਹੋਰ ਬਹੁਤ ਵੱਡੀ ਘੁੰਮਦੀ ਹੈ, ਉਹ ਲੋਕਤੰਤਰ ਦੀ, ਬਿਮਾਰ ਲੋਕਤੰਤਰ ਦੀ ਇੱਕ ਬਹੁਤ ਭੈੜੀ ਤਸਵੀਰ ਵੀ ਹੈ ਕਿ ਆਇਆ ਰਾਮ ਦੀ ਗਿਆ ਰਾਮ ਦੀ ਰਾਜਨੀਤੀ ਜਿਹੜੀ ਪਹਿਲਾਂ ਵੀ ਇਲੈਕਸ਼ਨਾਂ ਤੋਂ ਪਹਿਲਾਂ ਹੋਈ, ਉਹ ਚੋਣਾਂ ਜਿਹੜੇ ਲੋਕ ਜਿੱਤ ਜਾਣਗੇ ਉਹਨਾਂ ਦੇ ਉੱਤੇ ਵੀ ਦੁਹਰਾਈ ਜਾਏਗੀ। ਕਿਹੜੀ ਪਾਰਟੀ ਵਿੱਚੋਂ ਕਿੰਨੇ ਲੋਕ ਜਿਹੜੇ ਨੇ ਵਿਕਣਗੇ, ਕਿੰਨੇ ਕਿੰਨੇ ਕਰੋੜ ਰੁਪਈਆ ਲੈਣਗੇ, ਕਿਸ ਢੰਗ ਦੇ ਨਾਲ ਉਹ ਉਂਗਲੀ ਫੜ ਕੇ ਦੂਸਰੇ ਥਾਵਾਂ ਤੇ ਜਾਣਗੇ, ਇਹ ਵੀ ਇਸ ਗੱਲ ਦਾ ਬੜਾ ਵੱਡਾ ਸਵਾਲ ਹੈ। ਔਰ ਇਹ ਕਿਸੇ ਵੀ ਧਿਰ ਦੀ ਪਰਸਨੈਲਿਟੀ, ਸ਼ਖਸੀਅਤ ਦੇ ਉੱਤੇ ਡਿਪੈਂਡ ਕਰਦਾ ਹੈ, ਵਿਅਕਤੀ ਵਿਸ਼ੇਸ਼ ਤੇ, ਕਿ ਉਹ ਆਪਣੇ ਆਪ ਨੂੰ ਵੇਚਦਾ ਹੈ ਜਾਂ ਨੀਤੀਗਤ ਫੈਸਲਾ ਲੈ ਕੇ ਆਪਣੀ ਨੀਅਤ ਨੂੰ ਸਾਮੀ ਰੱਖਦਾ ਹੈ, ਆਪਣੇ ਅਸੂਲਾਂ ਦੇ ਉੱਤੇ ਖੜਾ ਰਹਿੰਦਾ। ਕਿਉਂਕਿ ਪੰਜਾਬ ਦੇ ਵਿੱਚ ਪਿਛਲੇ ਇਸ 6 ਮਹੀਨਿਆਂ ਦੇ ਦੌਰਾਨ ਕੋਈ ਵੀ ਸਹੀ ਮਾਇਨਿਆਂ ਦੇ ਵਿੱਚ ਜੇ ਦੇਖਿਆ ਜਾਵੇ ਤੇ ਨਾ ਨੀਤ ਦੀ, ਨਾ ਨੀਤੀ ਦੀ, ਤੇ ਨਾ ਹੀ ਸਾਫ਼ ਸੁਥਰੀ ਸਿਆਸਤ ਜਿਹੜੀ ਹੈ ਹੋਈ ਹੈ। ਇੱਥੇ ਦਾ ਕਚੋਲਾ ਫਿਰਿਆ ਹੈ ਔਰ ਉਸ ਕਚੋਲੇ ਦੇ ਵਿੱਚ ਜਿੱਦਾਂ ਕਹਿੰਦੇ ਨਾ ਵੀ ਗਲੇਲ ਪਾ ਕੇ, ਟਿੰਡ 'ਚ ਗਲੇਲ ਪਾ ਕੇ
ਲੋਕ ਇੱਧਰ ਉੱਧਰ ਤੁਰੇ ਫਿਰਦੇ ਨੇ, ਡਮਰੂ ਆਪਣਾ ਵਜਾਉਂਦੇ ਰਹੇ ਨੇ, ਕੋਈ ਬਾਜਾ ਵਜਾਉਂਦਾ ਰਿਹਾ, ਕੋਈ ਹਾਰਮੋਨੀਅਮ ਤੇ ਆਪਣੇ ਰਾਗ ਰੰਗ ਕਰਦਾ ਰਿਹਾ। ਤੋ ਇਸ ਹਾਲ ਦੇ ਵਿੱਚ ਚੰਗੇ ਬੰਦਿਆਂ ਦੀ ਜਿਹੜੀ ਪੌਣ ਛਾਣ ਹੈ ਉਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੀ ਹੋਏਗੀ। ਹਾਲ ਦੀ ਘੜੀ ਇਸ ਗੱਲ ਬਾਰੇ ਕੋਈ ਅੰਦਾਜ਼ਾ ਲਾਉਣਾ ਬਹੁਤ ਔਖਾ। ਜੀ ਭਲਾਈ ਸਾਹਿਬ, ਅਸੀਂ ਇਲੈਕਸ਼ਨਸ ਤੋਂ ਪਹਿਲਾਂ ਵੀ ਆਪਣੇ ਇਸ ਪਲੇਟਫਾਰਮ ਤੋਂ ਹਮੇਸ਼ਾ ਹੀ ਵੋਟਰਸ ਨੂੰ, ਪੰਜਾਬ ਦੇ ਵੋਟਰਸ ਨੂੰ ਜਾਗਰੂਕ ਕਰਦੇ ਰਹੇ ਹਾਂ ਭਈ ਸਹੀ ਬੰਦੇ ਨੂੰ ਵੋਟ ਦਿਓ ਤਾਂ ਕਿ ਬਿਹਤਰ ਬੰਦੇ ਸਾਹਮਣੇ ਆਉਣ। ਬਿਹਤਰ ਬੰਦੇ ਸਾਹਮਣੇ ਆਉਣਗੇ ਤਾਂ ਬਿਹਤਰ ਫੈਸਲੇ ਸਾਹਮਣੇ ਹੋਣਗੇ। ਤੇ ਹੁਣ ਆਪਾਂ 10 ਮਾਰਚ ਦੀ ਗੱਲ ਕਰੀਏ ਕਿ ਕੋਈ ਵੀ ਆ ਕੇ ਸੱਤਾ ਦੇ ਵਿੱਚ ਬਹਿ ਜਾਂਦਾ, ਕੋਈ ਵੀ ਗਵਰਨਮੈਂਟ ਬਣ ਜਾਂਦੀ ਆ, ਪਰ ਜਿਹੜੇ ਪੰਜਾਬ ਦੇ ਬੁਨਿਆਦੀ ਮਸਲੇ ਨੇ, ਮੁੱਦੇ ਨੇ, ਜਿਹੜੀਆਂ ਸਮੱਸਿਆਵਾਂ ਨੇ, ਉਹਨਾਂ ਨਾਲ ਤੇ ਨਜਿੱਠਣਾ ਹੀ ਪੈਣਾ ਹੈ। ਉਹਦੇ ਵਾਸਤੇ ਕੀ ਫਰੇਮਵਰਕ ਹੈ, ਉਹਦੇ ਵਾਸਤੇ ਕੀ ਸਟ੍ਰੈਟਜੀ ਹੈ, ਉਹਦੇ ਵਾਸਤੇ ਕੀ ਰੋਡ ਮੈਪ ਹੈ, ਉਹਦੇ ਵਾਸਤੇ ਕੀ ਰਿਸੋਰਸਿਸ ਨੇ, ਉਹਦੇ ਵਾਸਤੇ ਕਿਹੜਾ ਵਿਕਾਸ ਮਾਡਲ ਹੈ, ਇਹ ਕਿਸੇ ਨੂੰ ਕੁਝ ਨਹੀਂ ਪਤਾ, ਕਿਉਂਕਿ ਸਮੱਸਿਆਵਾਂ ਤਾਂ ਬਰਕਰਾਰ ਨੇ, ਉਹ ਤਾਂ ਉੱਥੇ ਦੀਆਂ ਉੱਥੇ ਹੀ ਖੜੀਆਂ ਨੇ। ਬਿਲਕੁਲ ਇਹ ਗੱਲ ਸਹੀ ਹੈ ਵੀ ਹਾਲੇ ਪੰਜਾਬ ਦੇ ਵਿੱਚ ਕੋਈ ਇਹੋ ਜਿਹੀ ਪਾਰਟੀ ਜਿਹੜੀ ਮੇਨ ਮੁੱਦਿਆਂ ਤੇ ਕੰਮ ਕਰਨ ਵਾਲੀ ਹੋਵੇ ਔਰ ਜਿਸ ਦੀ ਸੋਚ ਇਹ ਹੋਵੇ ਵੀ ਅਸੀਂ ਲੋਕਾਂ ਦੇ ਉੱਤੇ ਰਾਜ ਨਹੀਂ ਕਰਨਾ, ਅਸੀਂ ਲੋਕਾਂ ਲਈ ਸੇਵਾ ਕਰਨੀ ਹੈ ਔਰ ਸੇਵਾ ਦੇ ਭਾਵਨਾ ਦੇ ਨਾਲ ਹੀ ਪੰਜਾਬ ਦੇ ਮਸਲੇ ਜਿਹੜੇ ਨੇ ਅਸੀਂ ਹੱਲ ਕਰਨੇ ਨੇ। ਜਦ ਤੱਕ ਇਹ ਸੋਚ ਸਿਆਸਤਦਾਨਾਂ ਤੇ ਪਾਰਟੀਆਂ ਦੇ ਵਿੱਚ ਨਹੀਂ ਆਉਂਦੀ, ਉਦੋਂ ਤੱਕ ਇਸ ਗੱਲ ਦੀ ਤਵੱਕੂ ਨਹੀਂ ਕੀਤੀ ਜਾ ਸਕਦੀ ਕਿ ਪੰਜਾਬ ਹਤੈਸ਼ੀ ਬਣ ਕੇ ਕੋਈ ਵੀ ਧਿਰ ਜਿਹੜੀ ਹੈ ਉਹ ਸਹੀ ਢੰਗ ਦੇ ਨਾਲ ਸਹੀ ਫੈਸਲੇ ਲੈ ਸਕੇਗੀ। ਤੋ ਸਹੀ ਫੈਸਲੇ ਲੈਣ ਲਈ ਪਹਿਲਾਂ ਉਸ ਖਾਸ ਤੌਰ ਤੇ ਭਾਵੇਂ ਉਹ ਨੈਸ਼ਨਲ ਪਾਰਟੀ ਹੈ, ਚਾਹੇ ਉਹ ਖੇਤਰੀ ਪਾਰਟੀ ਹੈ, ਚਾਹੇ ਕਿਸੇ ਪਾਰਟੀਆਂ ਦਾ ਗੱਠਜੋੜ ਹੈ, ਜਦ ਤੱਕ ਉਹ ਲੋਕਾਂ ਦੀਆਂ ਸਮੱਸਿਆਵਾਂ ਤੇ ਉਹਨਾਂ ਦੇ ਕਿਰਦਾਰ ਨੂੰ ਨਹੀਂ ਸਮਝਦੀ ਤੇ ਆਪਣੇ ਆਪ ਨੂੰ ਉਹਨਾਂ ਦੇ ਨਾਲ ਜੋੜ ਕੇ ਸਹੀ ਫੈਸਲੇ ਨਹੀਂ ਲੈਂਦੀ ਜ਼ਮੀਨੀ ਪੱਧਰ ਦੇ ਉੱਤੇ, ਉਦੋਂ ਤੱਕ ਇਹ ਗੱਲ ਜਿਹੜੀ ਹੈ ਕੈਸੀ ਨਹੀਂ ਜਾ ਸਕਦੀ। ਜੀ ਭਲਾਈ ਸਾਹਿਬ, ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਇਸ ਮੁੱਦੇ ਦੇ ਉੱਤੇ ਕਿ ਲੋਕਤੰਤਰ ਖਤਰੇ ਵਿੱਚ ਹੈ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਥੈਂਕ ਯੂ ਸੋ ਮਚ ਸਰ। ਮਿਹਰਬਾਨੀ, ਸ਼ੁਕਰੀਆ ਜੀ। ਅਸੀਂ ਤਵੱਕੋ ਇਹ ਕਰਦੇ ਹਾਂ ਕਿ 10 ਮਾਰਚ ਨੂੰ ਜੋ ਲੋਕ ਵੀ ਸੱਤਾ 'ਚ ਆਉਣਗੇ ਤੇ ਸੰਵਿਧਾਨ ਦੀ ਸਹੁੰ ਚੁੱਕ ਕੇ ਆਪਣੇ ਅਹੁਦਿਆਂ ਤੇ ਬਹਿ ਕੇ ਕੰਮ ਕਰਨਗੇ, ਉਹ ਦਿਲੋਂ ਸੰਵਿਧਾਨ ਦੀ ਭਾਵਨਾ ਦੀ ਕਦਰ ਕਰਨ ਤੇ ਸੰਵਿਧਾਨ ਦੇ ਮੁਤਾਬਿਕ ਇੱਕ ਨਵਾਂ ਪੰਜਾਬ ਸਿਰਜਣ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਸਹਾਇਤਾ ਕਰਨ। ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਤੁਸੀਂ ਪੰਜਾਬ ਚਰਚਾ ਦਾ ਹਿੱਸਾ ਬਣਦੇ ਹੋ। ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ ਜੀ।